सत श्री अकाल प्यारे दोस्तों, स्वागत है ਤੁਹਾਡੇ ਆਪਣੇ ਇਸ YouTube ਚੈਨਲ ਤੇ। ਤੁਹਾਨੂੰ ਪਤਾ ਹੀ ਹੈ ਜਿਹੜਾ ਆਪਾਂ ਸਪੈਸ਼ਲ ਮਾਸਟਰ ਕੇਡਰ ਲੈਕਚਰਰ ਕੇਡਰ ਨੂੰ ਧਿਆਨ 'ਚ ਰੱਖਦੇ ਹੋਏ ਆਲਰੇਡੀ ਜਿਹੜੀ ਥਿਊਰੀ ਕਲਾਸ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਹੈ ਜੀ, ਜਿਹਦੇ ਵਿੱਚ ਆਪਾਂ 7 ਕਲਾਸਾਂ ਆਲਰੇਡੀ ਲੈ ਚੁੱਕੇ ਹਾਂ ਜੀ। ਤਾਂ ਅੱਜ ਆਪਾਂ ਜਿਹੜੀ 8ਵੀਂ ਕਲਾਸ ਉਹਦੀ ਲੈ ਕੇ ਆਏ ਹਾਂ ਜੀ। ਤਾਂ 7ਵੀਂ ਤੇ 8ਵੀਂ ਕਲਾਸ ਆਪਣੀ ਇੱਕੋ ਟੌਪਿਕ ਦੇ ਉੱਪਰ ਜਿਹੜੀ ਆਧਾਰਿਤ ਹੈ ਜੀ। 7ਵੀਂ ਕਲਾਸ ਆਪਾਂ ਸ਼ੁਰੂ ਕੀਤੀ ਸੀ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ। ਤਾਂ ਇਹ ਸਾਡੀਆਂ 7 ਕਲਾਸਾਂ ਜਿਹੜੀਆਂ ਆਪਣੀਆਂ YouTube ਦੀ ਪਲੇਲਿਸਟ ਤੇ ਪਈਆਂ ਨੇ ਜੀ। ਤਾਂ ਤੁਸੀਂ ਉਹਨਾਂ ਨੂੰ ਜ਼ਰੂਰ ਦੇਖ ਲਿਆ ਜੀ। ਜਿਹੜੇ ਨਵੇਂ ਸਾਥੀ ਜੁੜੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਉਸ ਦੀ ਪਲੇਲਿਸਟ ਤੇ ਜਾ ਕੇ ਤੁਸੀਂ ਉਹ ਕਲਾਸਾਂ ਦੇਖ ਸਕਦੇ ਹੋ ਜੀ। ਤਾਂ 7ਵੀਂ ਕਲਾਸ ਸੀਗੀ ਆਪਣੀ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ। ਤਾਂ ਉਹ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਆਪਾਂ ਅਜੇ ਕੰਪਲੀਟ ਨਹੀਂ ਪੜ੍ਹੀਆਂ ਸੀ। ਉਹਦੇ ਵਿੱਚੋਂ 10 ਪੁਆਇੰਟਾਂ ਦੀ ਆਪਾਂ ਚਰਚਾ ਕੀਤੀ ਸੀ ਲਾਸਟ ਕਲਾਸ ਦੇ ਵਿੱਚ। ਤਾਂ ਅੱਜ ਅੱਗੇ ਆਪਾਂ ਕੰਟੀਨਿਊ ਕਰਾਂਗੇ ਭਾਰਤੀ ਸੰਵਿਧਾਨ ਦੀਆਂ ਹੋਰ ਵਿਸ਼ੇਸ਼ਤਾਵਾਂ ਨੇ। ਤਾਂ ਉਸ ਤੋਂ ਪਹਿਲਾਂ ਜਿਹੜਾ ਆਪਾਂ ਦੇਖਦੇ ਹਾਂ ਕਿ ਆਪਾਂ ਲਾਸਟ ਪੜ੍ਹ ਚੁੱਕੇ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ, ਇੱਕ ਵਾਰੀ 1 ਮਿੰਟ ਦੇ ਵਿੱਚ ਉਹਨਾਂ ਨੂੰ ਰਿਵਾਈਜ਼ ਕਰਦੇ ਹਾਂ ਜੀ। ਤਾਂ ਉਹਦੇ ਸਭ ਤੋਂ ਪਹਿਲਾਂ ਆਪਾਂ ਦੇਖਿਆ ਸੀਗਾ ਜੀ ਲੈਂਥੀਐਸਟ ਐਂਡ ਰਿਟਨ ਕਨਸਟੀਟਿਊਸ਼ਨ। ਜਿਹੜਾ ਭਾਰਤੀ ਸੰਵਿਧਾਨ ਹੈ ਦੁਨੀਆ ਭਰ ਦੇ ਸੰਵਿਧਾਨਾਂ ਵਿੱਚ ਸਭ ਤੋਂ ਵੱਡਾ ਸੰਵਿਧਾਨ ਹੈ ਜੀ। ਤੇ ਇੱਕ ਜਿਹੜਾ ਲਿਖਤੀ ਸੰਵਿਧਾਨ ਹੈ। ਹੋਰ ਕੀ ਆਪਾਂ ਇਹਦੇ ਵਿੱਚ ਦੇਖਿਆ ਜੀ, ਫਿਰ ਆਪਾਂ ਦੇਖਿਆ ਸੀਗਾ ਜੀ ਬਲੈਂਡ ਜਾਂ ਮਿਕਸਚਰ ਆਫ ਫਲੈਕਸੀਬਿਲਿਟੀ ਐਂਡ ਰਿਜਿਡਿਟੀ। ਜਿਹੜਾ ਭਾਰਤੀ ਸੰਵਿਧਾਨ ਹੈ ਇਸ ਨੂੰ ਸੋਧਣ ਤਰੀਕਾ ਕੁਝ ਭਾਗਾਂ ਨੂੰ ਬੜਾ ਸੌਖਾ ਹੈ ਤੇ ਕੁਝ ਭਾਗਾਂ ਨੂੰ ਸੋਧਣ ਤਰੀਕਾ ਜਿਹੜਾ ਬੜਾ ਔਖਾ ਹੈ ਜਾਂ ਕਠੋਰ ਹੈ। ਇਸ ਕਰਕੇ ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਕੀ ਹੈ ਕਠੋਰਤਾ ਅਤੇ ਲਚਕੀਲੇਪਨ ਜਿਹੜਾ ਸੁਮੇਲ ਪਾਇਆ ਜਾਂਦਾ। ਫਿਰ ਆਪਾਂ ਕੀ ਦੇਖਿਆ ਜੀ ਫੈਡਰੇਸ਼ਨ ਵਿਦ ਯੂਨਿਟਰੀ ਬਿਆਸ। ਜਿਹੜਾ ਸਾਡਾ ਸੰਵਿਧਾਨ ਹੈ ਬਣਤਰ ਵਿੱਚ ਸੰਘਾਤਮਕ ਪਰੰਤੂ ਆਤਮਾ ਵਿੱਚ ਇਕਾਤਮਕ ਹੈ। ਭਾਵ ਕੁਝ ਵਿਸ਼ੇਸ਼ਤਾਵਾਂ ਸੰਘਾਤਮਕ ਢਾਂਚੇ ਵਾਲੀਆਂ ਨੇ, ਕੁਝ ਵਿਸ਼ੇਸ਼ਤਾਵਾਂ ਇਕਾਤਮਕ ਢਾਂਚੇ ਵਾਲੀਆਂ ਨੇ। ਇਹ ਆਪਾਂ ਪੜ੍ਹ ਚੁੱਕੇ ਹਾਂ ਜੀ। ਫਿਰ ਆਪਾਂ ਦੇਖਿਆ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਤਾਂ ਸਾਡੇ ਦੇਸ਼ 'ਚ ਪਾਰਲੀਮੈਂਟ ਫਾਰਮ ਆਫ ਗਵਰਨਮੈਂਟ ਦਾ ਕੰਸੈਪਟ ਲਿਆ ਆਪਾਂ ਕਿੱਥੋਂ ਲਿਆ ਜੀ, ਯੂਕੇ ਤੋਂ। ਤਾਂ ਉਹਦੇ ਵਿੱਚ ਕੀ ਹੁੰਦਾ ਜੀ, ਇੱਕ ਨੋਮੀਨਲ ਹੈਡ ਹੁੰਦਾ ਹੈ, ਇੱਕ ਰੀਅਲ ਹੈਡ ਹੁੰਦਾ ਹੈ ਜੀ। ਨੋਮੀਨਲ ਐਗਜ਼ੀਕਿਊਟਿਵ ਹੁੰਦੀ ਹੈ, ਰੀਅਲ ਐਗਜ਼ੀਕਿਊਟਿਵ ਹੁੰਦੀ ਹੈ। ਜਿਹੜੇ ਸ਼ਾਸਨ ਦੇ ਅੰਗ ਨੇ ਲੈਜਿਸਲੇਟਿਵ ਐਗਜ਼ੀਕਿਊਟਿਵ ਹੈ, ਦੋਨੋਂ ਇੱਕ ਦੇ ਉੱਪਰ ਡਿਪੈਂਡ ਕਰਦੇ ਨੇ। ਫਿਰ ਆਪਾਂ ਦੇਖਿਆ ਸੀਗਾ ਸਿੰਗਲ ਸਿਟੀਜ਼ਨਸ਼ਿਪ ਦਾ ਕੰਸੈਪਟ, ਜਿਹੜਾ ਸਾਨੂੰ ਪਾਰਟ 2 ਦੇ ਵਿੱਚ ਦੇਖਣ ਨੂੰ ਮਿਲਦਾ ਆਰਟੀਕਲ 5 ਤੋਂ 11 ਦੇ ਵਿੱਚ। ਤਾਂ ਇਹ ਕੰਸੈਪਟ ਆਪਾਂ ਕਿੱਥੋਂ ਲਿਆ ਜੀ, ਇਹ ਵੀ ਆਪਾਂ ਬ੍ਰਿਟੇਨ ਦੇ ਸੰਵਿਧਾਨ ਤੋਂ ਲਿਆ। ਨੈਕਸਟ ਆਪਾਂ ਦੇਖਿਆ ਸੀਗਾ ਜੀ ਫੰਡਾਮੈਂਟਲ ਰਾਈਟ ਭਾਗ ਨੰਬਰ 3 ਦੇ ਵਿੱਚ 12 ਤੋਂ 35 ਤੱਕ USA ਸੰਵਿਧਾਨ ਤੋਂ ਪ੍ਰੇਰਿਤ ਨੇ, ਨਿਆਂਯੋਗ ਨੇ ਜੀ। ਮੁੱਢਲੇ ਸੰਵਿਧਾਨ ਦੇ 7 ਪ੍ਰਕਾਰ ਦੇ ਸੀ, ਵਰਤਮਾਨ ਸਮੇਂ ਕਿੰਨੇ ਪ੍ਰਕਾਰ ਦੇ ਨੇ ਜੀ, 6 ਪ੍ਰਕਾਰ ਦੇ। ਨੈਕਸਟ ਆਪਾਂ ਇਹਦੇ ਵਿੱਚ ਗੱਲ ਕੀਤੀ ਸੀ ਜਿਹੜੇ DPSP ਨੇ ਉਹ ਵੀ ਸਾਡੇ ਭਾਰਤੀ ਸੰਵਿਧਾਨ ਦੀ ਇੱਕ ਵਿਸ਼ੇਸ਼ਤਾ ਨੇ ਜੀ। ਆਪਾਂ ਕਿੱਥੋਂ ਕਾਪੀ ਕੀਤੇ ਨੇ, ਆਇਰਲੈਂਡ ਦੇ ਸੰਵਿਧਾਨ ਤੋਂ ਭਾਗ 4 ਦੇ ਵਿੱਚ ਨੇ। ਜਿਹੜੇ ਭਾਗ 4 ਦੇ ਵਿੱਚ ਨੇ 36 ਤੋਂ 51 ਆਰਟੀਕਲ ਤੱਕ। ਤੇ ਇਹਨਾਂ ਨੂੰ ਜਿਹੜਾ ਕੀ ਹੈ ਇਹ ਨਿਆਂਯੋਗ ਨਹੀਂ ਹਨ। ਫਿਰ ਆਪਾਂ ਦੇਖਦੇ ਹਾਂ ਫੰਡਾਮੈਂਟਲ ਡਿਊਟੀਜ਼ USSR ਦੇ ਸੰਵਿਧਾਨ ਤੋਂ ਆਪਾਂ ਇਹਨਾਂ ਨੂੰ ਕਾਪੀ ਕੀਤਾ 42/1976 ਨੂੰ ਜੋੜਿਆ ਗਿਆ ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ ਤੇ। ਫਿਰ ਆਪਾਂ ਗੱਲ ਕੀਤੀ ਹੈ ਜੀ ਯੂਨੀਵਰਸਲ ਅਡਲਟ ਫਰੈਂਚਾਈਜ਼ੀ। ਜਿਹੜਾ ਸ਼ੁਰੂ ਵਿੱਚ ਵੋਟ ਪਾਉਣ ਦੀ ਉਮਰ 21 ਸਾਲ ਸੀ, ਪਰੰਤੂ ਵਰਤਮਾਨ ਸਮੇਂ ਉਮਰ ਕਿੰਨੀ ਹੈ ਜੀ 18 ਸਾਲ। 61 ਨੰਬਰ 1999 ਰਾਹੀਂ ਜਿਹੜੀ ਇਹ ਏਜ ਘਟਾਈ ਜਾਂਦੀ ਹੈ। ਤਾਂ 21 ਸਾਲ 18 ਸਾਲ ਦਾ ਜਿਹੜਾ ਬਾਲਗ ਹੈ, ਚਾਹੇ ਉਹ ਮੇਲ ਹੈ, ਫੀਮੇਲ ਹੈ ਜਾਂ ਟਰਾਂਸਜੈਂਡਰ ਹੈ, ਕਿਸੇ ਜਾਤੀ ਦਾ ਕਿਸੇ ਧਰਮ ਦਾ ਹੈ ਜੀ, ਤਾਂ ਉਸ ਨੂੰ ਬਿਨਾਂ ਕਿਸੇ ਇਦਾਂ ਦਾ ਭੇਦਭਾਵ ਕੀਤੇ ਜਿਹੜਾ ਉਸਨੂੰ ਵੋਟ ਪਾਉਣ ਦਾ ਅਧਿਕਾਰ ਹੈ, ਰਾਈਟ ਟੂ ਵੋਟ ਹੈ, ਸਾਡਾ ਸੰਵਿਧਾਨ ਦਿੰਦਾ ਆਰਟੀਕਲ 326 ਦੇ ਅਕੋਰਡਿੰਗ। ਤਾਂ ਆਪਣੀ ਮਰਜ਼ੀ ਨਾਲ ਜਿਹੜਾ ਉਹ ਵਿਅਕਤੀ ਹੈ ਜੀ ਆਪਦਾ ਪ੍ਰਤੀਨਿਧ ਚੁਣ ਸਕਦਾ ਹੈ। ਫਿਰ ਆਪਾਂ ਇਹਦੇ 'ਚ ਕਿਹਦੀ ਗੱਲ ਕੀਤੀ ਸੀ, ਧਰਮ ਨਿਰਪੱਖਤਾ। ਤਾਂ ਸਾਡਾ ਦੇਸ਼ ਹੈ ਇੱਕ ਧਰਮ ਨਿਰਪੱਖ ਦੇਸ਼ ਹੈ ਜੀ। ਤਾਂ ਧਰਮ ਨਿਰਪੱਖਤਾ ਨੂੰ ਆਪਾਂ 2 ਭਾਗਾਂ 'ਚ ਦੇਖਦੇ ਹਾਂ, ਇੱਕ ਪੋਜ਼ਿਟਿਵ ਇੱਕ ਨੈਗੇਟਿਵ। ਤਾਂ ਸਾਡੇ ਦੇ ਵਿੱਚ ਕਿਹੜਾ ਸੈਕੂਲਰਿਜ਼ਮ ਦਾ ਕਿਹੜਾ ਕੰਸੈਪਟ ਹੈ ਜੀ, ਪੋਜ਼ਿਟਿਵ ਕੰਸੈਪਟ ਹੈ। ਤਾਂ ਇਹ 10 ਫੀਚਰ ਆਪਾਂ ਕੀਤੇ ਸੀਗੇ ਲਾਸਟ ਕਲਾਸ। ਨੈਕਸਟ ਆਪਾਂ ਕਰਦੇ ਹਾਂ ਜੀ 11 ਨੰਬਰ ਜਿਹੜਾ ਫੀਚਰ ਹੈ ਬੇਸਿਕ ਸਟਰਕਚਰ ਆਫ ਡਾਕਟਰਾਈਨ। ਬੇਸਿਕ ਸਟਰਕਚਰ ਆਫ ਡਾਕਟਰਾਈਨ। नंबर पॉइंट है अपना बेसिक स्ट्रक्चर ऑफ डॉक्ट्राइन। बेसिक स्ट्रक्चर ऑफ डॉक्ट्राइन। ਇਹਦਾ ਕੀ मतलब है जी, ਮੁੱਢਲੇ ਢਾਂਚੇ ਦਾ ਸਿਧਾਂਤ। ਮੁੱਢਲੇ ਢਾਂਚੇ ਦਾ ਸਿਧਾਂਤ। ਤਾਂ 1973 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਦੇ ਉੱਪਰ ਡਿਸੀਜਨ ਦਿੱਤਾ ਜਾਂਦਾ ਹੈ ਜੀ। ਉਸ ਕੇਸ ਦਾ ਨਾਮ ਕੀ ਹੈ ਜੀ, ਕੇਸ਼ਵਾਨੰਦ ਭਾਰਤੀ ਕੇਸ। ਕੇਸ਼ਵਾਨੰਦ ਭਾਰਤੀ ਕੇਸ। 1973 ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਇਸ ਕੇਸ ਦੇ ਉੱਪਰ ਡਿਸੀਜਨ ਦਿੱਤਾ ਜਾਂਦਾ ਹੈ
कि जिहड़ी संसद है भारतीय संविधान के किसी भी भाग दे विच सोध कर सकती, परंतु संविधान के मुढ़ले ढांचे विच सोध नहीं कर सकती। मुढ़ले ढांचे नूं छड्ड के, मुढ़ले ढांचे नूं छड्ड के संविधान के किसी भी भाग विच सोध, किसी भी भाग विच संसद सोध कर सकती है। यह डिसीजन दिता जाता है केशवानंद भारती जिहड़ा केस आंदा 1973 दे विच। तो मुढ़ला ढांचा कि जिहड़ा अपना साडे संविधान बनाउण दे उद्देश सीगे, ऑब्जेक्टिव सीगे, तो किहड़े-किहड़े ऑब्जेक्टिव नूं ध्यान च रख के साडा संविधान तैयार किया गया, जिन्हां बिना जिहड़ा एक संविधान है एग्जिस्ट नहीं कर सकता सही संविधान, तो उस ढांचे नूं जिहड़ा संसद वालों छेड़िया नहीं जाएगा, उस चीज़ आप कहने जी बेसिक डॉक्ट्राइन या बेसिक स्ट्रक्चर ऑफ डॉक्ट्राइन मुढ़ले ढांचे का सिद्धांत। कदों आंदा जी, काफी बार क्वेश्चन बन चुके हैं। किहड़े केस दिता गया? केशवानंद भारती केस 1973 दे। तो ये राही जी संसद है भारतीय संविधान के किसी भी भाग में सोध कर सकती है जी, परंतु मुढ़ले ढांचे को छेड़ नहीं सकती। तो मुढ़ले ढांचे दे विच भी उन्होंने अलग अलग टाइम से जिहड़ा की है डिसीजन दिते ने कि यह भी संविधान का मुढ़ला ढांचा है, भी संसद सोध नहीं कर सकती। यह पॉइंट जिहड़ा यह भी संविधान का मुढ़ला ढांचा है, संसद सोध नहीं कर सकती। फॉर एग्जाम्पल आप किहदी गल कर सकते हैं जी? जुडिशियल रिव्यू, जिहड़ा आर्टिकल 137 राही जिहड़ा यूएसए के संविधान का आपां कॉपी करता है कि न्यायपालिका जिहड़ा संसद के कानूनों की संवैधानिकता की जांच कर सकती है जी। तो वह की है साडा एक बेसिक स्ट्रक्चर है संविधान, इसनूं चेंज जिहड़ी संसद इसनूं चेंज नहीं कर सकती। रूल ऑफ लॉ साडे देश च कानून का शासन होएगा, बेसिक डॉक्ट्राइन है जी, तो इसनूं चेंज किया नहीं जा सकता। साडा देश की है जी एक रिपब्लिक कंट्री है, इसनूं चेंज किया नहीं जा सकता। गणतंत्र है, इसनूं कदे भी आपां खत्म नहीं कर सकते। डेमोक्रेटिक है, एक ही है जी साडे देश का बेसिक डॉक्ट्राइन है, बेसिक जिहड़ा ढांचा है, इहदे विच संसद सोध नहीं कर सकती। सैकुलरिज्म है, सैकुलरिज्म की है जी बेसिक डॉक्ट्राइन है, इहदे विच जिहड़ा आपां चेंज नहीं कर सकते। यूनीवर्सल अडल्ट फ्रेंचाइजी, एक ही है जी बेसिक स्ट्रक्चर है फ्रेंचाइजी। फ्री एंड फेयर इलेक्शन, इलेक्शन बेसिक डॉक्ट्राइन है, ये कोई छेड़छाड़ नहीं की जा सकती। इसी प्रकार सुप्रीम कोर्ट वालों अलग अलग टाइम पे बेसिक स्ट्रक्चर का घेरा है वह बढ़ाया जा रहा, व्यापक किया जा रहा। तो ये है जी संसद है सोध नहीं कर सकती, इस बदलाव नहीं कर सकती। इस करके बेसिक डॉक्ट्राइन जो है ये भी साडे भारतीय संविधान की खास विशेषता है। नैक्सट आप देखते हैं जी होर की विशेषतावां ने भारतीय संविधान दियां, तो उहदे आप देखांगे इंडिपेंडेंट जुडिशरी अते इंडिपेंडेंट एंड इंटीग्रेटेड जुडिशरी। इंडिपेंडेंट एंड इंटीग्रेटेड जुडिशरी, इंटीग्रेटेड जुडिशरी कहने का भाव कि सुतंत्र अते एकीकृत न्यायपालिका, स्वतंत्र अते एकीकृत न्यायपालिका। तो साडे देश में न्यायपालिका का जो कॉन्सैप्ट है वो लिया गया जी 1935 के एक्ट चों, जिहड़ा आपां स्रोतां वाली क्लास दे विच भी देखिया कि साडे देश दे विच न्यायपालिका होएगी। किहड़ी न्यायपालिका होएगी? एकीकृत न्यायपालिका होएगी। ये कॉन्सैप्ट 1935 के एक्ट तो कहने का मतलब टॉप पे कौन है? सुप्रीम कोर्ट। उसके नीचे कौन है जी? हाई कोर्ट। उसके नीचे कौन है जी? डिस्ट्रिक्ट कोर्ट या फिर आप कहने हैं जी सबोर्डिनेट कोर्ट। तो ये कोर्ट्स ने सुप्रीम कोर्ट के अधीन हाई कोर्ट के अधीन डिस्ट्रिक्ट कोर्ट, तो एक दूसरे नाल जुड़ियां हुई ने। इस चीज आप कहने जी एकीकृत न्यायपालिका कहते हैं। परंतु कुछ कंट्री के सानू जी है डबल जुडिशरी देखने मिलती है, सेंटर के लिए अलग है, स्टेट के लिए अलग है। अमेरिका के सेंटर की जुडिशरी अलग है, स्टेट की जुडिशरी जी है अलग है। परंतु जो आप गल करते हैं इंडिया की जी जुडिशरी है जी वो कि है एकीकृत जुडिशरी है, जिहड़ा की है सुप्रीम कोर्ट, हाई कोर्ट ते डिस्ट्रिक्ट कोर्ट जिहड़े एक दूजे नाल
जुड़ियां हुंदियां ने, मिलके काम करनगियां। दूजा कंसैप्ट की है साडे देश विच स्वतंत्र, जिहड़ी साडी न्यायपालिका बिल्कुल स्वतंत्र है, कानून के अनुसार जिहड़ा अपना फैसला देगी। सरकार का कोई भी दबाव या सरकार की कोई भी दखलअंदाजी न्यायपालिका विच नहीं होएगी। ये कंसैप्ट आपां कित्थों लिया जी? यूएसए के संविधान तो। ਇਹਦਾ वर्णन भारतीय संविधान से आर्टिकल 50 ਦੇ ਵਿੱਚ ਮਿਲਦਾ, ਜਿੱਥੇ ਕੀ ਲਿਖਿਆ ਗਿਆ ਹੈ, ਨਿਆਂਪਾਲਿਕਾ ਨੂੰ ਕਾਰਜਪਾਲਿਕਾ ਜਿਹੜਾ ਕੀ ਹੈ ਅਲੱਗ ਰੱਖਿਆ ਜਾਏਗਾ। ਇਹ ਸਾਡਾ ਕਿਹੜਾ ਫੀਚਰ ਹੈ? ਇੰਡੀਪੈਂਡੈਂਟ ਐਂਡ ਇੰਟੀਗ੍ਰੇਟਡ ਜੁਡੀਸ਼ਰੀ। ਤਾਂ ਸਰਕਾਰ ਹੈ ਨਿਆਂਪਾਲਿਕਾ ਦੇ ਵਿੱਚ ਕੋਈ ਵੀ ਦਖਲਅੰਦਾਜ਼ੀ ਨਹੀਂ ਕਰੇਗੀ। ਹੋਰ ਇਹਦੇ ਵਿੱਚ ਆਪਾਂ ਕਿਹੜੇ ਫੀਚਰ ਦੀ ਗੱਲ ਕਰ ਸਕਦੇ ਹਾਂ ਜੀ? ਇਸ ਤੋਂ ਇਲਾਵਾ ਆਪਾਂ ਗੱਲ ਕਰ ਸਕਦੇ ਹਾਂ ਰੂਲ ਆਫ ਲਾ, ਠੀਕ ਹੈ ਜੀ, ਡੈਮੋਕ੍ਰੈਟਿਕ ਸਿਸਟਮ, ਰਿਪਬਲਿਕ। ਇੱਕ ਆਪਾਂ ਗੱਲ ਕਰਦੇ ਹਾਂ ਰੂਲ ਆਫ ਲਾ। ਤਾਂ ਸਾਡੇ ਦੇਸ਼ ਵਿੱਚ ਕਿਹਦਾ ਸ਼ਾਸਨ ਹੈ ਜੀ? ਕਾਨੂੰਨ ਦਾ ਸ਼ਾਸਨ। ਇਹ ਕਨਸੈਪਟ ਆਪਾਂ ਕਿਹੜੇ ਦੇਸ਼ ਤੋਂ ਲਿਆ ਜੀ? ਆਪਾਂ ਭਾਰਤੀ ਸੰਵਿਧਾਨ ਦੇ ਸਰੋਤਾਂ ਵਿੱਚ ਗੱਲ ਕੀਤੀ ਸੀ। ਕਨਸੈਪਟ ਆਪਾਂ ਲਿਆ ਯੂਕੇ ਦੇ ਸੰਵਿਧਾਨ ਵਿੱਚ। ਤਾਂ ਸਾਡੇ ਜਿਹੜੇ ਸ਼ਾਸਨ ਦੇ ਅੰਗ ਨੇ, ਤਿੰਨ ਸ਼ਾਸਨ ਦੇ ਅੰਗ ਹੁੰਦੇ ਨੇ। ਇੱਕ ਹੁੰਦਾ ਲੈਜਿਸਲੇਟਿਵ, ਇੱਕ ਹੁੰਦਾ ਐਗਜ਼ੀਕਿਊਟਿਵ, ਇੱਕ ਹੁੰਦਾ ਜੀ ਜੁਡੀਸ਼ਰੀ। ਤਾਂ ਇਹ ਜਿਹੜੇ ਤਿੰਨੋਂ ਅੰਗ ਨੇ ਸ਼ਾਸਨ ਦੇ, ਸਰਕਾਰ ਦੇ, ਇਹ ਤਿੰਨੋਂ ਅੰਗ ਹੀ ਇਹਨਾਂ ਕੋਲ ਜਿਹੜੀਆਂ ਪਾਵਰਾਂ ਨੇ, ਇਹਦੇ ਕੋਲ ਕਾਨੂੰਨ ਨਿਰਮਾਣ ਦੀ ਪਾਵਰ ਹੈ, ਕਾਨੂੰਨਾਂ ਨੂੰ ਲਾਗੂ ਕਰਨ ਦੀ ਪਾਵਰ ਹੈ, ਜਾਂ ਕਾਨੂੰਨ ਆਧਾਰ ਦਾ ਸ਼ਾਸਨ ਕਰਨ ਦੀ, ਤੇ ਇਹਦੇ ਕੋਲ ਨਿਆਂ ਕਰਨ ਦੀ ਪਾਵਰ ਹੈ। ਤਾਂ ਜਿਹੜੀਆਂ ਪਾਵਰਾਂ ਇਹਨਾਂ ਨੂੰ ਮਿਲਦੀਆਂ ਨੇ, ਇਹਨਾਂ ਨੂੰ ਕੌਣ ਦਿੰਦਾ ਜੀ? ਸਾਡੇ ਦੇਸ਼ ਦਾ ਕਾਨੂੰਨ ਜਾਂ ਸੰਵਿਧਾਨ। ਇਹ ਕਿੱਥੋਂ ਪਾਵਰ ਪ੍ਰਾਪਤ ਕਰਦੇ ਨੇ? ਕਾਨੂੰਨ ਜਾਂ ਸੰਵਿਧਾਨ ਤੋਂ। ਤਾਂ ਸੰਵਿਧਾਨ ਤੋਂ ਉੱਪਰ ਕੁਝ ਵੀ ਨਹੀਂ ਹੈ, ਨਾ ਸਾਡੀ ਲੈਜਿਸਲੇਚਰ, ਨਾ ਹੀ ਐਗਜ਼ੀਕਿਊਟਿਵ, ਤੇ ਨਾ ਹੀ ਜੁਡੀਸ਼ਰੀ। ਇਸ ਪ੍ਰਕਾਰ ਅਸੀਂ ਕਹਿੰਦੇ ਸਾਡੇ ਦੇਸ਼ ਵਿੱਚ ਕਿਹਦਾ ਸ਼ਾਸਨ ਹੈ ਜੀ? ਕਾਨੂੰਨ ਦਾ ਸ਼ਾਸਨ ਹੈ। ਜਿੰਨੇ ਵੀ ਸਾਡਾ ਚਾਹੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਹੈ, ਸੀਜੇਆਈ ਹੈ, ਸੁਪਰੀਮ ਕੋਰਟ ਨੇ, ਹਾਈ ਕੋਰਟ ਨੇ, ਸਾਡੀ ਸਟੇਟ ਦਾ ਸੀਐਮ ਹੈ, ਗਵਰਨਰ ਹੈ, ਤਾਂ ਸਭ ਕਿਸ ਦੇ ਅਨੁਸਾਰ ਕੰਮ ਕਰਨਗੇ? ਕਾਨੂੰਨ ਦੇ ਅਨੁਸਾਰ ਕੰਮ ਕਰਨਗੇ। ਕਾਨੂੰਨ ਦੇ ਉੱਪਰ ਸਾਡੇ ਦੇਸ਼ ਵਿੱਚ ਕੁਝ ਵੀ ਨਹੀਂ। ਇਹ ਕੀ ਹੈ? ਸਾਡੇ ਦੇਸ਼ ਦਾ ਇੱਕ, ਸਾਡੇ ਭਾਰਤੀ ਸੰਵਿਧਾਨ ਦਾ ਫੀਚਰ ਹੈ ਕਾਨੂੰਨ ਦਾ ਸ਼ਾਸਨ। ਕਿੱਥੋਂ ਆਪਾਂ ਅਡਾਪਟ ਕੀਤਾ ਜੀ? ਯੂਕੇ ਦੇ ਸੰਵਿਧਾਨ ਤੋਂ। ਨੈਕਸਟ ਆਪਾਂ ਹੋਰ ਕਿਹੜੇ ਫੀਚਰ ਦੀ ਗੱਲ ਕਰ ਸਕਦੇ ਹਾਂ ਜੀ? ਡੈਮੋਕ੍ਰੈਟਿਕ ਸਿਸਟਮ। ਤਾਂ ਸਾਡੇ ਦੇਸ਼ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਹੈ ਜੀ? ਲੋਕਤੰਤਰੀ ਸ਼ਾਸਨ ਪ੍ਰਣਾਲੀ। ਲੋਕਤੰਤਰੀ ਸ਼ਾਸਨ ਪ੍ਰਣਾਲੀ। ਭਾਵ ਕੀ ਹੈ? ਜਿਹੜੇ ਸਾਡੇ ਦੇਸ਼ ਦੇ ਵਿੱਚ ਸ਼ਾਸਨ ਜਿਹੜਾ ਚਲਾਇਆ ਜਾਂਦਾ, ਕਿਹਨਾਂ ਵੱਲੋਂ ਚਲਾਇਆ ਜਾਂਦਾ? ਲੋਕਾਂ ਵੱਲੋਂ। ਮਤਲਬ ਕੀ ਹੈ? ਅਜਿਹਾ ਸ਼ਾਸਨ ਜਿਹਦੇ ਵਿੱਚ ਲੋਕਾਂ ਦੀ ਭਾਗੀਦਾਰੀ ਹੁੰਦੀ ਹੈ, ਡਾਇਰੈਕਟ ਜਾਂ ਇਨਡਾਇਰੈਕਟ, ਉਹਨੂੰ ਆਪਾਂ ਕੀ ਕਹਿੰਦੇ ਆ ਜੀ? ਲੋਕਤੰਤਰ। ਕਾਨੂੰਨ ਕਿਹਨਾਂ ਵੱਲੋਂ ਬਣਾਏ ਜਾਂਦੇ ਨੇ? ਲੋਕਾਂ ਵੱਲੋਂ। ਲਾਗੂ ਕੌਣ ਕਰਦਾ ਹੈ ਜੀ? ਲੋਕ ਹੀ ਕਰਦੇ ਨੇ, ਚਾਹੇ ਉਹ ਡਾਇਰੈਕਟ ਵੇ ਨਾਲ ਕਰ ਰਹੇ ਨੇ, ਚਾਹੇ ਇਨਡਾਇਰੈਕਟ ਵੇ ਨਾਲ। ਤਾਂ ਉਹ ਕਿਹੜਾ ਸਿਸਟਮ ਹੁੰਦਾ ਜੀ? ਲੋਕਤੰਤਰੀ ਸ਼ਾਸਨ ਪ੍ਰਣਾਲੀ ਜਾਂ ਡੈਮੋਕ੍ਰੈਟਿਕ ਸਿਸਟਮ। ਇੰਡੀਆ ਵਿੱਚ ਇਹ ਸਿਸਟਮ ਜਿਹੜਾ अपनाया गया। डेमोक्रेटिक या डेमोक्रेसी टू टाइप की होंगी है जी। एक होंगी है डायरेक्ट डेमोक्रेसी, एक होंगी है इनडायरेक्ट डेमोक्रेसी। डायरेक्ट डेमोक्रेसी या प्रत्यक्ष लोकतंत्र की होंदा है, लोग सीधे तौर पर कानून निर्माण में हिस्सा लेंदे हैं, सीधे तौर पर शासन में हिस्सा लैंगे। ਤਾਂ ਵੈਸੇ ਤਾਂ ਅੱਜ ਜਿਹੜਾ ਕਿਸੇ ਵੀ ਦੇਸ਼ ਵਿੱਚ ਡਾਇਰੈਕਟ ਡੈਮੋਕ੍ਰੇਸੀ ਵਾਲਾ ਕਨਸੈਪਟ ਨਹੀਂ ਦੇਖਣ ਨੂੰ ਮਿਲਦਾ, ਪਰੰਤੂ ਸਵਿਟਜ਼ਰਲੈਂਡ ਇੱਕ ਦੇਸ਼ ਹੈ ਜੀ, ਸਵਿਟਜ਼ਰਲੈਂਡ, ਜਿਹਦੇ ਵਿੱਚ ਅੰਸ਼ਿਕ ਰੂਪ ਵਿੱਚ ਸਾਨੂੰ ਡਾਇਰੈਕਟ ਡੈਮੋਕ੍ਰੇਸੀ, ਕਿਹੜੇ ਰੂਪ ਵਿੱਚ? ਅੰਸ਼ਿਕ ਰੂਪ ਵਿੱਚ ਡਾਇਰੈਕਟ ਡੈਮੋਕ੍ਰੇਸੀ ਜਿਹੜੀ ਦੇਖਣ ਨੂੰ ਮਿਲੇਗੀ, ਜਾਂ ਡਾਇਰੈਕਟ ਡੈਮੋਕ੍ਰੇਸੀ ਦੇ ਕੁਝ ਅੰਸ਼ ਸਾਨੂੰ ਸਵਿਟਜ਼ਰਲੈਂਡ ਵਿੱਚ ਦੇਖਣ ਨੂੰ ਮਿਲਦੇ ਹਨ। ਬਾਕੀ ਜਿੰਨੀਆਂ ਵੀ ਕੰਟਰੀ ਜਿੱਥੇ ਡੈਮੋਕ੍ਰੇਸੀ ਤੋਂ ਕਿਹੜੇ ਪ੍ਰਕਾਰ ਦੀ ਡੈਮੋਕ੍ਰੇਸੀ ਹੈ? ਇਨਡਾਇਰੈਕਟ ਜਾਂ ਅਪ੍ਰਤੱਖ। ਉੱਥੇ ਕੀ ਹੁੰਦਾ? ਲੋਕ ਆਪਣੇ ਪ੍ਰਤੀਨਿਧਾਂ ਰਾਹੀਂ ਸ਼ਾਸਨ ਵਿੱਚ ਹਿੱਸਾ ਲੈਂਦੇ ਹਨ। ਹਿੱਸਾ ਤਾਂ ਲੋਕ ਆਪਣੇ ਪ੍ਰਤੀਨਿਧੀ ਚੁਣਨਗੇ, ਜਿਹੜੇ ਸਰਕਾਰ ਬਣਾਉਣਗੇ, ਉਹਨਾਂ ਦੇ ਵਿੱਚੋਂ ਮੰਤਰੀ ਚੁਣੇ ਜਾਣਗੇ, ਤਾਂ ਉਹ ਜਿਹੜੇ ਵਿਅਕਤੀ ਨੇ ਉਹਨਾਂ ਲਈ ਕਾਨੂੰਨ ਨਿਰਮਾਣ ਕਰਨਗੇ, ਫਿਰ ਉਹਨਾਂ ਨੂੰ ਲਾਗੂ ਕਰਨਗੇ। ਤਾਂ ਇਹ ਕਿਹੜੇ ਪ੍ਰਕਾਰ ਦੀ ਡੈਮੋਕ੍ਰੇਸੀ ਹੁੰਦੀ ਹੈ ਜੀ? ਇਨਡਾਇਰੈਕਟ ਡੈਮੋਕ੍ਰੇਸੀ। ਤਾਂ ਇਹ ਜਿਹੜਾ ਸਿਸਟਮ ਹੈ ਸਾਡੇ ਭਾਰਤੀ ਸੰਵਿਧਾਨ ਦੀ ਇੱਕ ਵਿਸ਼ੇਸ਼ਤਾ ਹੈ ਕਿ ਜਿਹੜਾ ਡੈਮੋਕ੍ਰੇਸੀ ਦੇ ਰਾਹੀਂ ਭਾਰਤ ਦਾ ਜਿਹੜਾ ਸ਼ਾਸਨ ਚਲਾਇਆ ਜਾਂਦਾ ਹੈ। ਹੋਰ ਕਿਹੜੀ ਵਿਸ਼ੇਸ਼ਤਾ ਹੋ ਸਕਦੀ ਸਾਡੇ ਭਾਰਤੀ ਸੰਵਿਧਾਨ ਦੀ? ਤਾਂ ਉਹਦੇ ਚ ਇੱਕ ਰਿਪਬਲਿਕ ਕਨਸੈਪਟ ਹੈ।
रिपब्लिक सिस्टम या कॉन्सैप्ट, ਇਹਨੂੰ ਆਪਾਂ ਕੀ ਕਹਿੰਦੇ ਆ ਜੀ ਗਣਤੰਤਰ। ਤਾਂ ਫਸਟ ਕਲਾਸ 'ਚ ਆਪਾਂ ਦੇਖਿਆ ਸੀਗਾ ਇੱਕ ਗਣਤੰਤਰ ਦਾ ਕਨਸੈਪਟ, ਰਾਜਤੰਤਰ ਦਾ ਕਨਸੈਪਟ, ਕੁਲੀਨਤੰਤਰ ਦਾ, ਅਲਪਤੰਤਰ ਦਾ ਤੇ ਲੋਕਤੰਤਰ ਦਾ। ਤਾਂ ਗਣਤੰਤਰ ਤੇ ਰਾਜਤੰਤਰ ਜਿਹੜਾ ਕਨਸੈਪਟ ਹੈ, ਗਣਤੰਤਰ ਕੀ ਹੁੰਦਾ ਜਦੋਂ ਦੇਸ਼ ਦਾ ਮੁਖੀ ਲੋਕਾਂ ਵੱਲੋਂ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ ਹੈ। चुनिया जाता है तो उत्थे किहड़ा सिस्टम होंदा है जी गणतंत्र। जिवें साडे देश दा मुखी कौन है जी प्रेसिडेंट, साडे देश दा मुखी कौन है जी प्रेसिडेंट। तो वो किन्ना वालों चुनिया जाता है, लोकां वालों इनडायरेक्ट तरीके नाल चुनिया जाता है। किन्ने साल चुनिया जाता है, 5 साल। तो ये साडे देश फिर किहड़ा सिस्टम है जी रिपब्लिक सिस्टम। तो ये कॉन्सैप्ट आपां कित्थों लिया, ये वाला ये आपां लिया जी फ्रांस तो। एक सिस्टम होता है राजतंत्र वाला, मोनार्की वाला, जदों किसी देश का मुखी एक राजा या राणी होंदी है तो लाइफ टाइम तक उस देश का मुखी बनया रहता है। तो जदों उसकी डेथ होंदी तो उस तो बाद उसकी फैमिली के विचों ही उसदा एक वारिस जिहड़ा वो किंग या क्वीन बनेगा। तो यह पीढ़ी दर पीढ़ी जिहड़ा की वो हैड रहणगे किसी देश के। जिद्दां आपां इहदी बेस्ट एग्जांपल लैंदे हां यूके दा, जिहड़ा यूके कंट्री उत्थों दा हैड कोल हुंदा जी किंग या क्वीन। तो उन्हां दी डेथ होएगी तो फिर उन्हां दी जिहड़ा वारिस होएगा वो जिहड़ा नैक्सट उत्थों दा हैड बनेगा। तो लाइफ टाइम तक जिहड़ा की है वो हैड बनया रहिंदा है। परंतु इंडिया च की है साडे देश का मुखी लोकां वालों चुनिया जाता है किन्ने साल लई, 5 साल। एक लिमिटेड टाइम लई चुनिया जाएगा लोकां वालों। तो वो सिस्टम किहड़ा होएगा जी रिपब्लिक होएगा। ते भारत विच रिपब्लिक सिस्टम कदों शुरू हुंदा है जी, किस दिन तो हुंदा है, 26 जनवरी 1950 तो। इस दिन तो साडा संविधान लागू हुंदा है। तो इस दिन ते जिहड़ा प्रेसिडेंट नूं चुनने वाला सिस्टम शुरू हो जाता है। तो 26 जनवरी 1950 ਨੂੰ ਆਪਾਂ ਕਿਹੜਾ ਡੇ ਸੈਲੀਬ੍ਰੇਟ ਕਰਦੇ ਹਾਂ ਜੀ, ਰਿਪਬਲਿਕ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਹਰੇਕ 26 ਜਨਵਰੀ ਨੂੰ। ਕਿਉਂਕਿ ਇਸ ਦਿਨ ਤੇ ਜਿਹੜਾ ਸਾਡੇ ਦੇਸ਼ ਦਾ ਮੁਖੀ ਹੈ ਉਸ ਨੂੰ ਚੁਣਨ ਦਾ ਲਿਮਟਡ ਟਾਈਮ ਲਈ ਚੁਣਨ ਦਾ ਕਨਸੈਪਟ ਜਿਹੜਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਹੋਰ ਇਹਦੇ ਵਿੱਚ ਕੀ ਵਿਸ਼ੇਸ਼ਤਾ ਹੋ ਸਕਦੀ ਹੈ ਜੀ, ਇਸ ਤੋਂ ਇਲਾਵਾ ਆਪਾਂ ਗੱਲ ਕਰ ਸਕਦੇ ਹਾਂ ਰਿਟਸ, ਪ੍ਰੈਰੋਗੇਟਿਵ ਰਿਟਸ। जिन्हों का वर्णन सानू कित्थे मिलता है, आर्टिकल 32 विच ते 226। तो जो जिहड़े साडे फंडामेंटल राइट्स ने उन्हां दी उलंघना की जाएगी जेकर किसी व्यक्ति वालों, तो जिहड़े व्यक्ति के अधिकारां की उलंघना हुई है वो व्यक्ति अपने अधिकारां की रखिया लई, वो व्यक्ति अधिकारां की रखिया लई डायरैक्ट कित्थे जा सकता है जी, सुप्रीम कोर्ट भी जा सकता है, डायरैक्ट हाई कोर्ट भी जा सकता है। सुप्रीम कोर्ट जाने लई आर्टिकल 32, हाई कोर्ट जाने लई आर्टिकल 226। तो ये साडे भारतीय संविधान की एक बड़ी वधिया विशेषता है जी, जिस तो बिना जिहड़ा की है एक व्यक्ति के फंडामेंटल राइट का जिहड़ी की है सुरक्षा नहीं हो सकती। तो जेकर साडे फंडामेंटल राइट की उलंघना होंदी है तो असीं उन्हां दी प्राप्ति लई सुप्रीम कोर्ट या हाई कोर्ट जा सकते हैं। तो सुप्रीम कोर्ट या हाई कोर्ट फिर साडे अधिकारां की प्राप्ति लई की जारी करनगियां, आदेश जारी करनगियां। उन्हां आदेशां नूं आपां कहंदे आ जी रिट्स। ते इह कॉन्सैप्ट आपां कित्थों लिया, यूके दे संविधान तो। किन्ने प्रकार दी रिट जारी कीती जांदे ने सुप्रीम कोर्ट या हाई कोर्ट वालों फंडामेंटल राइट नाल रिलेटेड 5 प्रकार दी। यह भी की है जी साडे भारतीय संविधान की एक विशेषता है। तो बी आर अंबेडकर ने भारतीय संविधान के आर्टिकल 32 की कहा जी हार्ट एंड सोल ऑफ इंडियन कॉन्स्टिट्यूशन। तो इनू आपां होर किहड़े नाम नाल जानते हैं, आर्टिकल 32 नूं जां रिट्स नूं न्याय दा झरना, न्याय दा झरना। रिटां नूं की कहा जांदा, न्याय दा झरना। जां आर्टिकल 32 नूं आपां दूजा नाम दे सकदे न्याय दा झरना। जां बी आर अंबेडकर ने की कहा जी भारतीय संविधान दा दिल अते आत्मा। होर आपां किहदी गल कर सकते हैं जी, जिहड़ा भारतीय संविधान है अलग अलग स्रोतां पर आधारित है, अलग अलग स्रोतां पर आधारित है। जां आपां कहंदे आ ड्रॉन फ्रॉम वेरियस रिसोर्स जां सोर्सेस, ड्रॉन फ्रॉम वेरियस रिसोर्स। तो आपां जदों क्लास देखी सीगी 6 नंबर क्लास भारतीय संविधान के स्रोत, तो
ਤਾਂ ਉਹਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਭਾਰਤੀ ਸੰਵਿਧਾਨ ਹੈ ਉਸ ਨੂੰ ਤਿਆਰ ਕਰਨ ਸਮੇਂ ਜਿਹੜਾ ਕਿ 60 ਦੇਸ਼ਾਂ ਦੇ ਸੰਵਿਧਾਨ ਦੀ ਜਾਂਚ ਕਰਨ ਤੋਂ ਬਾਅਦ ਜਿਹੜਾ ਭਾਰਤੀ ਸੰਵਿਧਾਨ ਤਿਆਰ ਕੀਤਾ ਗਿਆ। ਤਾਂ ਜਿਹੜੇ ਜਿਹੜੇ ਅਲੱਗ-ਅਲੱਗ ਦੇਸ਼ਾਂ ਦੇ ਜਿਹੜੇ ਵਿਸ਼ੇਸ਼ਤਾਵਾਂ ਸੀ ਉਹਨਾਂ ਵਿਸ਼ੇਸ਼ਤਾਵਾਂ ਨੂੰ ਭਾਰਤ ਦੀ ਸਥਿਤੀ ਦੇ ਅਨੁਸਾਰ ਚੇਂਜ ਕਰਕੇ ਅਸੀਂ ਭਾਰਤੀ ਸੰਵਿਧਾਨ 'ਚ ਉਹਨਾਂ ਨੂੰ ਸ਼ਾਮਲ ਕੀਤਾ। ਤਾਂ ਇਸ ਕਰਕੇ ਭਾਰਤੀ ਸੰਵਿਧਾਨ ਦੇ ਬਣਾਉਣ ਸਮੇਂ 60 ਦੇਸ਼ਾਂ ਦੇ ਸੰਵਿਧਾਨ ਦੀ ਜਾਂਚ ਕੀਤੀ ਗਈ, ਫਿਰ ਜਾ ਕੇ ਭਾਰਤੀ ਸੰਵਿਧਾਨ ਤਿਆਰ ਕੀਤਾ ਗਿਆ ਤੇ ਕੁਝ ਕਨਸੈਪਟ ਜਿਹੜੇ ਉਹਨਾਂ ਤੋਂ ਅਡਾਪਟ ਕੀਤੇ ਗਏ ਨੇ। ਜਿਵੇਂ 1935 ਦਾ ਐਕਟ ਹੈ ਉਹਦਾ ਬੜਾ ਜ਼ਿਆਦਾ ਪ੍ਰਭਾਵ ਹੈ, ਲਗਭਗ 70 ਤੋਂ 75% ਪ੍ਰਭਾਵ ਹੈ ਭਾਰਤੀ ਸੰਵਿਧਾਨ ਉੱਪਰ 1935 ਦੇ ਐਕਟ ਦਾ ਹੈ ਜੀ। ਇਸ ਤੋਂ ਇਲਾਵਾ ਬ੍ਰਿਟੇਨ ਦੇ ਸੰਵਿਧਾਨ ਦਾ, ਕੈਨੇਡਾ ਦੇ ਸੰਵਿਧਾਨ ਦਾ, USA ਦੇ ਸੰਵਿਧਾਨ ਦਾ, ਜਰਮਨੀ, ਜਾਪਾਨ, ਫਰਾਂਸ, ਰਸ਼ੀਆ, ਸਾਊਥ ਅਫਰੀਕਾ, ਆਇਰਲੈਂਡ, ਤਾਂ ਇਹਨਾਂ ਸਾਰੇ ਦੇਸ਼ ਦੇ ਸੰਵਿਧਾਨਾਂ ਦਾ ਭਾਰਤੀ ਸੰਵਿਧਾਨ ਉੱਪਰ ਜਿਹੜਾ ਕੀ ਹੈ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਤੇ ਇਹਨਾਂ ਦੇ ਜਿਹੜੇ ਕਨਸੈਪਟ ਨੇ ਆਪਾਂ ਭਾਰਤੀ ਸੰਵਿਧਾਨ ਵਿੱਚ ਵੀ ਕਾਪੀ ਕੀਤੇ ਨੇ ਜਾਂ ਅਡਾਪਟ ਕੀਤੇ ਨੇ, ਪਰੰਤੂ ਡਾਇਰੈਕਟ ਆਪਾਂ ਅਡਾਪਟ ਨਹੀਂ ਕੀਤੇ, ਉਹਨਾਂ ਨੂੰ ਜਿਹੜਾ ਭਾਰਤ ਦੀ ਸਥਿਤੀ ਦੇ ਅਨੁਸਾਰ ਉਹਨਾਂ ਨੂੰ ਮੋਲਡ ਕਰਕੇ ਫਿਰ ਅਸੀਂ ਭਾਰਤੀ ਸੰਵਿਧਾਨ ਵਿੱਚ ਸ਼ਾਮਲ ਕੀਤਾ। ਪਰੰਤੂ ਕੁਝ ਵਿਅਕਤੀ ਜਿਹੜਾ ਭਾਰਤੀ ਸੰਵਿਧਾਨ ਦੀ ਆਲੋਚਨਾ ਕਰਦੇ ਨੇ, ਕਿਸ ਆਧਾਰ ਤੇ ਆਲੋਚਨਾ ਕਰਦੇ ਨੇ ਕਿ ਇਹ ਇੱਕ ਉਧਾਰ ਦਾ ਥੈਲਾ ਹੈ ਕਿ ਅਲੱਗ-ਅਲੱਗ ਦੇਸ਼ਾਂ ਤੋਂ ਹੀ ਇਸ ਨੂੰ ਅਸੀਂ ਚੱਕ ਕੇ ਤਿਆਰ ਕੀਤਾ ਹੈ, ਖੁਦ ਅਸੀਂ ਆਪਣੇ ਅਨੁਸਾਰ ਕੁਝ ਵੀ ਸ਼ਾਮਲ ਨਹੀਂ ਕੀਤਾ। ਤਾਂ ਇਹਦੀ ਆਲੋਚਨਾ ਕਿੱਦਾਂ ਕੀਤੀ ਜਾਂਦੀ ਹੈ? ਉਧਾਰ ਦਾ ਥੈਲਾ ਕਿਹਾ ਜਾਂਦਾ ਹੈ। परंतु ये गल मतलब ठीक जी है ढुकवी नहीं बैठती। क्यों नहीं बैठती? क्योंकि 1935 का एक्ट है 70 तो 75% का 1935 का एक्ट ही जोड़ा एज इट अडप्ट कर लिया। तो जोड़े बाकी भी जोड़े स्रोत ने कुछ ले ने, आप ब्रिटेन तो गल कर लीए, USA तो उन्होंने भी डायरैक्ट आप कॉपी नहीं किया। भारतीय संविधान भारत की स्थिति के अनुसार इन्होंने मोल्ड करके फिर असीं भारतीय संविधान च अडप्ट किया। इस करके ये गल कहनी कि भारतीय संविधान का उधार का थैला है, ये जी सही नहीं ढुकती। होर की ने साडे भारतीय संविधान दी विशेषतावां दे विच आपां की कह सकते हैं? बैलेंस बिटवीन सोवरेनिटी ऑफ पार्लियामेंट एंड सुप्रीमेसी ऑफ जुडिशरी। भाव की है संसद की प्रभुसत्ता या संप्रभुसत्ता अते न्यायपालिका की सर्वोच्चता विचकार संतुलन। जिहड़ी साडी पार्लीमेंट है ते जिहड़ी साडी जुडिशरी, तो उन्हां दियां पावर्स दे विच जिहड़ा कि एक बैलेंस बना के रखा गया है। तो यह साडे संविधान की एक विशेषता है। कहने का मतलब कुछ पावर अजिहियां ने जिन्हां दे विच आपां की देखदे जी साडी संसद है वो वध पावरफुल हुंदी है, कुछ पावर अजिहियां ने जिन्हां च आपां की देखदे साडी न्यायपालिका है वो वध पावरफुल हुंदी है। जिवें हुण आपां की देखदे जिहड़ा संसद दे जिहड़े न्यायपालिका दे जज ने सुप्रीम कोर्ट दा हाई कोर्ट, तो उन्होंने हटाउण दी प्रक्रिया कौन हटा सकदा? उन्होंने संसद हटा सकदी है। उन्हें तनख्वाहां कौन डिसाइड करता है जी? संसद डिसाइड करती है। तो ये संविधान च सोध कौन करता है जी? संसद करती है। तो कई जगह आप जाके की देखते हैं कि जी संसद है वो न्यायपालिका तो कितने जाके पावरफुल हो जाती है, परंतु कई बार आप की देखते जी न्यायपालिका है वो संसद की पावरों घट करती है। कितना घट करती है कि संसद जी की जाती कोई अमेंडमेंट है या कोई बनाया कानून है तो न्यायपालिका उस कानूनों की जांच करती है, संवैधानिकता की जांच करती है। जेकर संविधान के उल्ट ने तो न्यायपालिका उन्होंने कानूनों रद्द भी कर सकती। तो सानू दोनों चीज़ां देखने को मिल गई। कितने कितने तो जी न्यायपालिका वो जी है ज़्यादा पावरफुल हो जाती है, कितने कितने आप देखते हैं पार्लीमेंट जी है वो वध पावरफुल हो जाती है। परंतु जोड़ा है दोनों विचकार एक बैलेंस बनता दिखाई भी सानू दिंदा है। तो ये साडे भारतीय संविधान की विशेषता है। परंतु जेकर आप गल करिए ब्रिटेन की, तो उत्थे पावरफुल कौन है जी? यूके च पावरफुल कौन है? पार्लीमेंट। जेकर गल करिए USA च, तो उत्थे वध पावरफुल कौन है जी? जुडिशरी। परंतु इंडिया के जिहड़ा की है जुडिशरी ते पार्लीमेंट के विचकार जिहड़ा की है एक बैलेंस बरकरार रखा है, जिहड़ा कि भारतीय संविधान की खास विशेषता है। और इहदे आपां की कह सकते हैं? 3 टायर गवर्नमेंट। 3 टायर गवर्नमेंट
ਤਿੰਨ ਪੱਧਰੀ ਸਰਕਾਰ, ਤਿੰਨ ਪੱਧਰੀ ਸਰਕਾਰ। ਤਾਂ ਸਾਡੇ ਦੇਸ਼ ਵਿੱਚ ਤਿੰਨ ਲੈਵਲ ਤੇ ਸਰਕਾਰ ਦੇਖਣ ਨੂੰ ਮਿਲਦੀ, ਇੱਕ ਕੇਂਦਰ ਲੈਵਲ ਤੇ ਕੇਂਦਰੀ ਸਰਕਾਰ, ਇੱਕ ਰਾਜ ਸਰਕਾਰ, ਇੱਕ ਹੁੰਦੀ ਸਾਡੇ ਸਥਾਨਕ ਸਰਕਾਰ। ਇਹ ਤਿੰਨ ਪ੍ਰਕਾਰ ਦੀ ਸਰਕਾਰ ਦੇਖਣ ਨੂੰ ਮਿਲਦੀ ਹੈ। ਇਹਦਾ ਕੰਮ ਪੂਰੇ ਭਾਰਤ ਲਈ, ਰਾਜ ਲਈ। ਤਾਂ ਸਥਾਨਕ ਸਰਕਾਰ ਦਾ ਕੰਮ ਕੀ ਹੈ ਜੀ? ਪਿੰਡ ਅਤੇ ਸ਼ਹਿਰ। ਤਾਂ ਇਹ ਕੀ ਸਾਡੇ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਹੈ। परंतु मुढ़ले संविधान च केवल दो पद्धरी सरकार की गल की गई सी, केंद्र सरकार ते राज सरकार। परंतु जिहड़ा की है 73वीं ते 74वीं सोध राही, 73वीं ते 74वीं सोध 1992 राही भारत में जिहड़ी है स्थानक सरकारां ने 3 टायर गवर्नमेंट है उस जिहड़ा की कानूनी मानता संविधानिक मानता दे दी जाती है। तो इन्हां नूं संविधान में शामिल किया जाता है कि स्थानक सरकारां नूं पेंडू अते शहरी स्थानक सरकारां भाग नंबर 9 भाग नंबर 9A 11वीं सूची ते 12वीं सूची च मिली शक्तियां नूं जिहड़ा जोड़िया जाता है 73वीं सोध अते 74वीं सोध 1992 राही। पीएम कौन है जी उस टाइम ते? PV नरसिम्हा राव। तो अज साडे देश में किन्ने टायर गवर्नमेंट है जी? 3 टायर या 3 पद्धरी सरकार है, जो कि साडे भारतीय संविधान की एक विशेषता है कि जिहड़ा की है लोकतंत्र दे विच जां शासन दे विच जनता की भागीदारी नूं वधाउण लई जिहड़ा की है इस चीज़ नूं जिहड़ा की है स्थानक सरकारां नूं खास महत्व दिता गया है। तो इस दे नाल की है स्थानक पद्धर तक जिहड़ा सरकार की पहुँच पैंदी है जी, ते स्थानक पद्धर जिहड़ा विकास है उहदे विच जिहड़ा लोक हिस्सा पाउंदे ने। होर इहदे च आपां की कह सकते हैं जी, होर की विशेषतावां हो सकदियां। ते एक महत्वपूर्ण बिंदु होर है जी एमरजेंसी पावर्स, एमरजेंसी पावर्स। ਜਾਂ प्रोविजन, एमरजेंसी पावर ਜਾਂ एमरजेंसी प्रोविजन, जिन्हां दा वर्णन सानू भारतीय संविधान के किहड़े भाग च देखण नूं मिलदा है? भाग नंबर 18 च आर्टिकल 352 तो लैके 360 तक। तो एक कॉन्सैप्ट आपां कित्थों लिया? एमरजेंसी प्रोविजन का 1935 के एक्ट तो। ते एमरजेंसी प्रोविजन किन्ने प्रकार के ने? 3 प्रकार के। एक हुंदी है जी नैशनल एमरजेंसी, राष्ट्रीय आपातकाल, एक हुंदा है जी राष्ट्रपति राज, जिन्होंने कहते हैं संवैधानिक संकट काल, संवैधानिक संकट काल। एक हुंदा साडे कोल वित्तीय संकट काल या वित्तीय आपातकाल। इहदा वर्णन सानू कित्थे मिलदा? 360 विच, इहदा वर्णन मिलदा 356 दे विच, ते इहदा वर्णन मिलदा 352 दे विच। तां इहड़ियां 3 प्रकार दी प्रोविजन ने एमरजेंसी प्रोविजन या एमरजेंसी पावर, ਇਹ ਕਿਹਦੇ ਕੋਲ ਨੇ ਜੀ? ਸਾਡੇ ਪ੍ਰੈਜ਼ੀਡੈਂਟ ਕੋਲ ਨੇ, ਰਾਸ਼ਟਰਪਤੀ ਕੋਲ ਨੇ। ਕਨਸੈਪਟ ਆਪਾਂ ਕਿੱਥੋਂ ਲਿਆ? 1935 ਦੇ ਐਕਟ ਤੋਂ। ਤੇ ਗੱਲ ਯਾਦ ਰੱਖਾਂ ਕਿ ਜਿਹੜੀਆਂ ਇਹ ਦੋ ਪਾਵਰਸ ਨੇ ਇਹ ਤਾਂ ਆਪਾਂ ਲਈਆਂ ਨੇ 1935 ਦੇ ਐਕਟ ਤੋਂ। ਜਿਹੜੀਆਂ ਇਹ ਵਾਲੀਆਂ ਪ੍ਰੋਵੀਜ਼ਨ ਨੇ ਇਹ ਆਪਾਂ ਕਿੱਥੋਂ ਕਾਪੀ ਕੀਤੀਆਂ ਨੇ ਜੀ? ਵਿੱਤੀ ਪ੍ਰੋਵੀਜ਼ਨ ਹੈ ਤਾਂ ਇਹ ਜਿਹੜਾ USA ਸੰਵਿਧਾਨ ਤੋਂ ਵਿੱਤੀ ਸੰਕਟ ਕਾਲ ਵਾਲਾ ਕਨਸੈਪਟ ਲਿਆ ਹੈ ਜੀ। ਤਾਂ ਇਹ ਵਰਤੋਂ ਇਹਨਾਂ ਦੀ ਕੌਣ ਕਰਦਾ ਜੀ? ਰਾਸ਼ਟਰਪਤੀ ਕਰਦਾ ਹੈ ਜੀ। ਤਾਂ ਇਹ ਜਿਹੜਾ ਕਨਸੈਪਟ ਹੈ ਇਹ ਵੀ ਆਪਾਂ ਜਿਹੜਾ ਕੀ ਹੈ ਭਾਰਤੀ ਸੰਵਿਧਾਨ ਦੀ ਇੱਕ ਖਾਸ ਵਿਸ਼ੇਸ਼ਤਾ ਮੰਨਦੇ। ਤਾਂ ਇਹ ਸੀ ਕਿ ਜੀ ਸਾਡੇ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ। ਜੇਕਰ ਤੁਹਾਨੂੰ ਇਹ ਕਨਸੈਪਟ ਜਿਹੜਾ ਵਿਸ਼ੇਸ਼ਤਾਵਾਂ ਵਾਲਾ ਕਲੀਅਰ ਹੁੰਦਾ ਹੈ ਤਾਂ ਤੁਸੀਂ ਜਿਹੜਾ ਕੀ ਹੈ ਭਾਰਤੀ ਸੰਵਿਧਾਨ ਨੂੰ ਬੜੇ ਆਸਾਨੀ ਤਰੀਕੇ ਨਾਲ ਜਿਹੜਾ ਕੀ ਹੈ ਸਮਝ ਸਕਦੇ ਹੋ ਕਿ ਅੱਗੇ ਆਪਾਂ ਹੋਰ ਜਿਹੜਾ ਕੀ ਭਾਰਤੀ ਸੰਵਿਧਾਨ 'ਚ ਕਿਹੜੀ ਚੀਜ਼ਾਂ ਬਾਰੇ ਪੜ੍ਹਨਾ ਹੈ। ਤਾਂ ਉਹਨਾਂ ਦਾ ਆਈਡੀਆ ਆਪਾਂ ਨੂੰ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਇਹਨਾਂ ਨੂੰ ਪੜ੍ਹਨ ਤੋਂ ਪਤਾ ਲੱਗ ਜਾਂਦਾ ਹੈ। ਤਾਂ ਇਹਦੇ ਤੋਂ ਸਾਨੂੰ ਵਿਸ਼ੇਸ਼ਤਾਵਾਂ ਜਦੋਂ ਆਪਾਂ ਦੂਜੇ ਦੇਸ਼ਾਂ ਨਾਲ ਕੰਪੇਅਰ ਕਰਦੇ ਹਾਂ ਭਾਰਤ ਦੇ ਸੰਵਿਧਾਨ ਨੂੰ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਸਾਡਾ ਭਾਰਤੀ ਸੰਵਿਧਾਨ ਹੈ ਜਿਹਨੂੰ ਬਣਨ ਵਿੱਚ ਲਗਭਗ 3 ਸਾਲ ਲੱਗੇ ਸੀ, ਜਿਹੜਾ 60 ਦੇਸ਼ਾਂ ਦੇ ਸੰਵਿਧਾਨਾਂ ਦੀ ਜਾਂਚ ਕਰਨ ਤੋਂ ਬਾਅਦ ਤਿਆਰ ਕੀਤਾ ਗਿਆ ਤਾਂ ਜਿਹੜਾ ਉਹ ਸੰਵਿਧਾਨ ਸਭ ਵੱਲੋਂ ਤਿਆਰ ਕੀਤਾ ਗਿਆ ਤਾਂ ਫਿਰ ਜਿਹੜਾ ਸੰਵਿਧਾਨ ਤਿਆਰ ਹੋਇਆ ਤਾਂ ਫਿਰ ਉਹ ਬਹੁਤ ਹੀ ਮਹੱਤਵਪੂਰਨ ਜਿਹੜਾ ਇੱਕ ਦੁਨੀਆ ਭਰ ਦੇ ਸੰਵਿਧਾਨਾਂ ਤੋਂ ਇੱਕ ਅਲੱਗ ਸੰਵਿਧਾਨ ਤਿਆਰ ਹੋਇਆ ਜਿਹੜਾ ਕਿ ਸਾਡੇ ਦੇਸ਼ ਦੇ ਨਾਗਰਿਕਾਂ ਲਈ, ਸਰਕਾਰ ਲਈ
ਤਾਂ ਬੜਾ ਮਹੱਤਵਪੂਰਨ ਜਿਹੜਾ ਕੰਮ ਕਰਦਾ ਹੈ ਜੀ। ਤਾਂ ਉਮੀਦ ਹੈ ਜਿਹੜਾ ਤੁਹਾਨੂੰ ਇਹ ਵਿਸ਼ੇਸ਼ਤਾਵਾਂ ਲੈਕਚਰ ਬੜਾ ਪਸੰਦ ਆਇਆ ਹੋਵੇਗਾ, ਸਮਝ ਆਇਆ ਹੋਵੇਗਾ। ਤਾਂ ਇਸ ਲੈਕਚਰ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਜੀ, ਲਾਈਕ ਕਰਨਾ ਹੈ ਤੇ ਆਪਣੇ ਕਮੈਂਟ ਵੀ ਜਿਹੜੇ ਉਹ ਵੀ ਤੁਸੀਂ ਜ਼ਰੂਰ ਪਿਨ ਕਰਨੇ। ਥੈਂਕ ਯੂ।